ਹੈਲੋ ਫਰੈਂਡਸ, ਵੈਲਕਮ ਟੂ ਮਾਈ ਨੈਕਸਟ ਵੀਡੀਓ। ਇਸ ਵੀਡੀਓ ਵਿੱਚ ਅਸੀਂ ਕਰ ਰਹੇ ਹਾਂ ਜਿਵੇਂ ਕਿ ਸ਼ੇਕਸਪੀਅਰ ਦੀਆਂ ਜੋ ਸੋਨਟਸ ਨੇ ਉਹਦੇ ਉੱਪਰ ਕੁਐਸਚਨ ਲਗਭਗ ਤਿਆਰ ਕਰ ਰਹੇ ਹਾਂ। ਤਾਂ ਸ਼ੇਕਸਪੀਅਰ ਦਾ ਇਹ ਕੁਐਸਚਨ ਹੈ, ਰਾਈਟ ਅ ਨੋਟ ਔਨ ਸ਼ੇਕਸਪੀਅਰਸ ਕੰਟਰੀਬਿਊਸ਼ਨ ਟੂ ਦਾ ਸੋਨਟ ਫਾਰਮ ਆਫ ਪੋਇਟਰੀ। ਸ਼ੇਕਸਪੀਅਰ ਦਾ ਜਿਹੜੀ ਪੋਇਟਰੀ ਦੀ ਸੋਨਟ ਫਾਰਮ ਹੈ ਉਹਦੇ ਉੱਪਰ ਜਾਂ ਉਹਦੇ ਲਈ ਕੀ ਯੋਗਦਾਨ ਹੈ। ਕੰਟਰੀਬਿਊਸ਼ਨ ਮੀਨਸ ਯੋਗਦਾਨ। ਸ਼ੇਕਸਪੀਅਰ ਨੇ ਸੋਨਟ ਨੂੰ ਡਿਵੈਲਪ ਕਰਨ ਲਈ ਜਾਂ ਸੋਨਟ ਲਈ ਆਪਣਾ ਕੀ ਯੋਗਦਾਨ ਪਾਇਆ, ਇਹਦਾ ਕੁਝ ਵੀ ਤੁਸੀਂ ਪੰਜਾਬੀ ਕਹਿ ਸਕਦੇ ਹੋ। ਹੁਣ ਸੋਨਟ ਕੀ ਹੁੰਦੀ ਹੈ, ਮੈਂ ਫਿਰ ਰਿਪੀਟ ਕਰਦਾ। 14 ਲਾਈਨਾਂ ਦੀ ਇੱਕ ਪੋਇਮ ਹੈ। ਸੋਨਟ ਦੇ ਉੱਪਰ ਆਲਰੇਡੀ ਇੱਕ ਲਿਟਰੇਰੀ ਟਰਮ ਦੀ ਵੀਡੀਓ ਆਲਰੇਡੀ ਬਣ ਚੁੱਕੀ ਹੈ, ਜਿਹੜੀ ਤੁਸੀਂ BA ਫਾਈਨਲ ਈਅਰ ਦੇ ਵਿੱਚ 5th ਸੈਮ ਦੇ ਵਿੱਚ ਪੜ੍ਹੀ ਹੋਏਗੀ। ਸੋਨਟ ਨੂੰ ਡਿਸਕਸ ਕਰਾਂਗੇ ਅਤੇ ਸੋਨਟ ਦੇ ਲਈ ਸ਼ੇਕਸਪੀਅਰ ਦਾ ਕੀ ਕੰਟਰੀਬਿਊਸ਼ਨ ਹੈ। ਨਾਲ ਹੀ ਰਿਕੁਐਸਟ ਆ ਕਿ ਜੇ ਚੈਨਲ 'ਤੇ ਨਵੇਂ ਹੋ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ, ਅਤੇ ਨਾਲ ਜੇ ਤੁਹਾਨੂੰ ਵੀਡੀਓ ਅੱਛੀ ਲੱਗੀ ਪਲੀਜ਼ ਕਮੈਂਟ ਜ਼ਰੂਰ ਕਰਨਾ। ਤੁਹਾਡੇ ਕਮੈਂਟ ਹੀ ਨੇ ਜੋ ਸਾਨੂੰ ਨੈਕਸਟ ਵੀਡੀਓ ਬਣਾਉਣ ਲਈ ਐਪਰੀਸ਼ੀਏਟ ਕਰਦੇ ਨੇ। ਰਾਈਟ ਅ ਨੋਟ ਔਨ ਸ਼ੇਕਸਪੀਅਰਸ ਕੰਟਰੀਬਿਊਸ਼ਨ। ਸ਼ੇਕਸਪੀਅਰ ਦਾ ਯੋਗਦਾਨ ਦੱਸੋ। ਸ਼ੇਕਸਪੀਅਰ ਮੇਡ ਅ ਟਰਾਂਸਫੋਰਮੇਟਿਵ ਕੰਟਰੀਬਿਊਸ਼ਨ ਟੂ ਦਾ ਸੋਨਟ ਫਾਰਮ। ਸ਼ੇਕਸਪੀਅਰ ਨੇ ਇੰਗਲਿਸ਼ ਸੋਨਟ ਦੇ ਲਈ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ। ਟਰਾਂਸਫੋਰਮੇਟਿਵ ਮੀਨਸ ਉਹਨੇ ਇੱਕ ਨਵੀਂ ਚੇਂਜ ਲੈ ਕੇ ਆਉਂਦੀ, ਟਰਾਂਸਫਾਰਮ ਲੈ ਕੇ ਆਉਂਦੀ, ਕਿਉਂਕਿ ਜੋ ਸੋਨਟ ਦੀ ਅਸਲ ਵਿੱਚ ਸ਼ੁਰੂਆਤ ਹੋਈ ਹੈ ਉਹ ਤਾਂ ਪੈਟਰਾਰਕ ਨੇ ਕੀਤੀ ਸੀ। ਇਟਾਲੀਅਨ ਪੋਇਟ ਸੀ ਪੈਟਰਾਰਕ, ਜਿਹਨੇ ਆਪਣੀ ਬਿਲਵਡ ਲਈ ਸੋਨਟ ਲਿਖਣੀ ਸ਼ੁਰੂ ਕੀਤੀਆਂ। ਪਰ ਸ਼ੇਕਸਪੀਅਰ ਉਹਦੇ ਵਿੱਚ ਕੁਝ ਚੇਂਜਸ ਲੈ ਕੇ ਆਏ ਨੇ, ਕੁਝ ਟਰਾਂਸਫਾਰਮ ਲੈ ਕੇ ਆਏ ਨੇ, ਤਾਂ ਕਰਕੇ ਅਸੀਂ ਕਹਿ ਸਕਦੇ ਹਾਂ ਜੋ ਸ਼ੇਕਸਪੀਅਰ ਦਾ ਯੋਗਦਾਨ ਸੀ ਟਰਾਂਸਫੋਰਮੇਟਿਵ ਕੰਟਰੀਬਿਊਸ਼ਨ ਸੀ ਉਹਨਾਂ ਦਾ। ਅਲਰਟਿੰਗ ਇਟਸ ਸਟਰਕਚਰ ਐਂਡ ਥੀਮਸ ਇਨ ਵੇਜ਼ ਦੈਟ ਲੈਫਟ ਅ ਲਾਸਟਿੰਗ ਇਨਫਲੂਐਂਸ ਔਨ ਇੰਗਲਿਸ਼ ਲਿਟਰੇਚਰ। ਸ਼ੇਕਸਪੀਅਰ ਮੇਡ ਅ ਟਰਾਂਸਫੋਰਮੇਟਿਵ ਕੰਟਰੀਬਿਊਸ਼ਨ ਟੂ ਦਾ ਸੋਨਟ ਫਾਰਮ। ਸ਼ੇਕਸਪੀਅਰ ਨੇ ਸੋਨਟ ਫਾਰਮ ਦੇ ਲਈ ਇੱਕ ਟਰਾਂਸਫੋਰਮੇਟਿਵ ਯੋਗਦਾਨ ਦਿੱਤਾ। ਅਲਟਰਿੰਗ its structure and themes. altering its structure and themes in ways that left a lasting influence on English literature। ਜਿੱਦਾਂ ਇੰਗਲਿਸ਼ ਲਿਟਰੇਚਰ ਦੇ ਵਿੱਚ ਇੱਕ ਲਾਸਟਿੰਗ ਇਫੈਕਟ ਪਿਆ, ਪ੍ਰਭਾਵ ਜਿਹਨੇ ਪਾਇਆ ਸਟਰਕਚਰ ਦੇ ਉੱਪਰ ਸੋਨਟ ਦੀ ਤੇ ਇਹਦੀ ਥੀਮ ਸਟਰਕਚਰ ਦੇ ਉੱਪਰ। ਬਿਲਡਿੰਗ ਔਨ ਦਾ ਪੈਟਰਾਰਕਨ ਸੋਨਟ। ਸੋਨਟ ਸ਼ੁਰੂ ਹੋਈ ਸੀ ਪੈਟਰਾਰਕ ਤੋਂ। ਟ੍ਰੈਡੀਸ਼ਨ ਪੋਪੂਲਰਾਈਜ਼ਡ ਬਾਈ ਅਰਲੀਅਰ ਪੋਇਟਸ। ਬਿਲਡਿੰਗ ਔਨ ਦਾ ਪੈਟਰਾਰਕਨ ਸੋਨਟ ਟ੍ਰੈਡੀਸ਼ਨ ਪੋਪੂਲਰਾਈਜ਼ਡ ਬਾਈ ਅਰਲੀਅਰ ਪੋਇਟਸ। ਸ਼ੁਰੂ ਹੋਈ ਸੀ ਸੋਨਟ ਪੈਟਰਾਰਕ ਤੋਂ, ਅਤੇ ਜਿਹੜੇ ਪੁਰਾਣੇ ਰਵਾਇਤੀ ਅਰਲੀਅਰ ਪੋਇਟ ਸੀਗੇ ਉਹਨਾਂ ਨੇ ਜੋ ਪਹਿਲਾਂ ਦੀ ਟ੍ਰੈਡੀਸ਼ਨ ਚੱਲ ਰਹੀ ਸੀ ਉਹਨਾਂ ਨੂੰ ਪੋਪੂਲਰ ਕੀਤਾ। ਬਟ ਸ਼ੇਕਸਪੀਅਰ ਕ੍ਰਾਫਟਡ ਹਿਜ਼ ਓਨ ਅਪਰੋਚ। ਪਰ ਸ਼ੇਕਸਪੀਅਰ ਨੇ ਆਪਣੀ ਕਿਸਮ ਦੀਆਂ ਨਵੀਂ ਕਿਸਮ ਦੀ ਸੋਨਟ ਲਿਖਣੀ ਸ਼ੁਰੂ ਕੀਤੀ, ਗਿਵਿੰਗ ਰਾਈਜ਼ ਟੂ ਵਟ ਵੀ ਨਾਓ ਕਾਲ ਦਾ ਸ਼ੇਕਸਪੀਰੀਅਨ ਔਰ ਇੰਗਲਿਸ਼ ਸੋਨਟ। ਤਾਂ ਇਹੀ ਟਰਾਂਸਫੋਰਮੇਸ਼ਨ ਹੈ, ਟਰਾਂਸਫੋਰਮੇਟਿਵ ਕੰਟਰੀਬਿਊਸ਼ਨ ਹੈ ਸ਼ੇਕਸਪੀਅਰ ਦਾ, ਕਿ ਜੋ ਪੈਟਰਾਰਕ ਦੀ ਸ਼ੁਰੂ ਕੀਤੀ ਹੋਈ ਪੋਇਮ ਸੀ ਜਾਂ ਸੋਨਟ ਸੀ, ਪੁਰਾਣੇ ਪੋਇਟਸ ਨੇ, ਅਰਲੀਅਰ ਪੋਇਟਸ ਨੇ ਉਹਨਾਂ ਨੂੰ ਉਸ ਟ੍ਰੈਡੀਸ਼ਨ ਨੂੰ ਉਵੇਂ ਹੀ ਅੱਗੇ ਤੋਰਿਆ, ਪਰ ਸ਼ੇਕਸਪੀਅਰ ਨੇ ਆਪਣਾ ਇੱਕ ਅਲੱਗ ਕਿਸਮ ਦਾ ਯੋਗਦਾਨ ਪਾਇਆ ਸੋਨਟ ਦੇ ਵਿੱਚ। ਤਾਂ ਕਰਕੇ ਇਹਨੂੰ ਹੁਣ ਪੈਟਰਾਰਕਨ ਸੋਨਟ ਦੀ ਬਜਾਏ ਸ਼ੇਕਸਪੀਰੀਅਨ ਸੋਨਟ ਜਾਂ ਇੰਗਲਿਸ਼ ਸੋਨਟ ਨਾਮ ਦਿੱਤਾ ਗਿਆ, ਕਿਉਂਕਿ ਪੈਟਰਾਰਕ ਸੀ ਜੋ ਇਹ ਇਟਾਲੀਅਨ ਪੋਇਟ ਸੀ, ਇੰਗਲਿਸ਼ ਪੋਇਟ ਨਹੀਂ ਸੀ। ਦਾ ਟ੍ਰੈਡੀਸ਼ਨ ਪੈਟਰਾਰਕਨ ਸੋਨਟ ਵਿਦ ਇਟਸ 14 ਲਾਈਨਸ। ਜੋ ਟ੍ਰੈਡੀਸ਼ਨ ਸੀਗੀ 14 ਲਾਈਨਾਂ ਦੀ ਪੋਇਮ ਲਿਖਣ ਦੀ, ਟਿਪੀਕਲੀ ਡਿਵਾਈਡਡ ਇਨਟੂ ਐਨ ਓਕਟੇਵ ਐਂਡ ਸੈਸਟਟ। ਇਹਦੇ ਵਿੱਚ 8 ਲਾਈਨ ਅਤੇ 6 ਲਾਈਨ ਦੋ ਪੈਰਿਆਂ ਵਿੱਚ ਡਿਵਾਈਡ ਕੀਤੀ ਹੋਈ ਸੀ, ਆਫਨ ਫੋਲੋਡ ਬਾਈ ABB AABB A CDE ਰਾਈਮ ਸਕੀਮ। ਇਹ ਪੈਟਰਾਰਕਨ ਜੋ ਰਾਈਮ ਸਕੀਮ ਸੀ। This form allowed poets to introduce a theme or question in the octave and resolve it in the sestet। ਹੁਣ ਇਹ ਜੋ ਪੈਟਰਨ ਪੈਟਰਾਰਕ ਨੇ ਸ਼ੁਰੂ ਕੀਤਾ ਸੀ, this form allowed poets to introduce a theme or question in octave, ਕਿ octave ਦੇ ਵਿੱਚ ਪਹਿਲੀਆਂ 8 ਲਾਈਨ ਦੇ ਵਿੱਚ ਇੱਕ ਕੁਐਸਚਨ ਰਾਈਜ਼ ਕਰੋ, ਅਤੇ ਜੋ 6 ਲਾਈਨਾਂ ਨੇ ਉਹਨਾਂ ਵਿੱਚ ਉਹਨਾਂ ਨੂੰ ਉਸ ਕੁਐਸਚਨ ਨੂੰ ਸੈੱਟ ਕਰੋ। ਤਾਂ ਇਹਦਾ ਨਾਲ ਸੈਸਟਟ ਦੇ ਵਿੱਚ ਪੋਇਟ ਉਹਦਾ ਆਨਸਰ ਦਿੰਦੇ ਸੀ। ਇਹ ਪੁਰਾਣੀ ਫਾਰਮ ਚੱਲਦੀ ਆ ਰਹੀ ਸੀ। ਸ਼ੇਕਸਪੀਅਰ ਹੋਐਵਰ ਅਡੈਪਟਡ ਹਿਜ਼ ਸਟਰਕਚਰ ਟੂ ਬੈਟਰ ਸਿਊਟ ਦਾ ਇੰਗਲਿਸ਼ ਲੈਂਗੁਏਜ। ਪਰ ਸ਼ੇਕਸਪੀਅਰ ਨੇ ਆਪਣਾ ਨਵਾਂ ਪੈਟਰਨ ਚੂਜ਼ ਕੀਤਾ ਯੂਜ਼ਿੰਗ 3 ਕੁਆਟਰੀਅਨਸ। ਉਹਨੇ 3 ਕੁਆਟਰ ਯੂਜ਼ ਕੀਤੇ, 4 ਲਾਈਨ ਸਟੈਂਜਸ, 4 ਲਾਈਨਾਂ ਦੇ ਸਟੈਂਜਸ ਵਿਦ AB CD EF ਰਾਈਮ ਸਕੀਮ। ਇਸ ਰਾਈਮ ਸਕੀਮ ਦੇ ਨਾਲ ਫੋਲੋਡ ਬਾਈ ਦਾ ਰਾਈਮ ਕਪਲਟ, ਜਿਹਦੇ ਵਿੱਚ ਬਾਅਦ ਵਾਲਾ ਜੋ ਰਾਈਮ ਕਪਲਟ ਉਹਨੇ ਕੀਤਾ ਐਂਡ ਦੇ ਉੱਪਰ ਉਹਦਾ ਨਾਮ ਹੈ GG ਮੀਨਜ਼ GG ਪੈਟਰਨ ਦੀ ਰਾਈਮ ਸਕੀਮ ਕੀਤੀ। ਹੁਣ ਰਾਈਮ ਸਕੀਮ ਕੀ ਹੈ, ਰਿਦਮ ਕੀ ਹੈ, ਮੀਟਰ ਕੀ ਹੈ, ਸੋਨਟ ਕੀ ਹੈ, ਇਹ ਸਾਰਾ ਕੁਝ ਤੁਹਾਨੂੰ ਲਿਟਰੇਰੀ ਟਰਮਸ ਵਾਲੇ ਵੀਡੀਓ ਵਿੱਚ ਕਲੀਅਰ ਹੋ ਜਾਏਗਾ, ਸਕਰੋਲ ਕਰਕੇ ਵੇਖ ਸਕਦੇ ਹੋ। ਦਿਸ ਫਾਰਮੈਟ ਅਲਾਉਡ
for more flexibility. As such, Gaussian could introduce a new idea or a perspective, leading to a conclusive or ironic twist in the final couplet. ਹੁਣ ਜਿਹੜੀ ਸ਼ੇਕਸਪੀਅਰ ਨੇ ਨਵੀਂ ਫਾਰਮ ਡਿਵੈਲਪ ਕੀਤੀ ਹੈ ਤਾਂ ਉਹਦੇ ਨਾਲ ਸੋਨਟ ਨੂੰ ਕੁਝ ਨਵਾਂ ਮਿਲਿਆ। ਸੋਨਟ ਫਾਰਮ ਦੀ ਪੋਇਟਰੀ ਦੇ ਵਿੱਚ ਕੁਝ ਨਵਾਂ ਇੰਟਰੋਡਿਊਸ ਹੋਇਆ। ਦਿਸ ਫਾਰਮੈਟ ਅਲਾਉਡ ਫਾਰ ਮੋਰ ਫਲੈਕਸੀਬਿਲਿਟੀ, ਉਹਦੇ ਨਾਲ ਪੋਇਟਰੀ ਥੋੜ੍ਹੀ ਜਿਹੀ ਫਲੈਕਸੀਬਲ ਹੋਈ। ਐਜ਼ ਸੱਚ ਕੁਐਸਟਰੀਅਨ ਕੁਡ ਇੰਟਰੋਡਿਊਸ ਅ ਨਿਊ ਆਈਡੀਆ, ਤਾਂ ਕਰਕੇ ਪੋਇਮ ਦੇ ਵਿੱਚ ਕੁਝ ਨਵੇਂ ਆਈਡੀਆ, ਕੁਝ ਨਵੇਂ ਪਰਸਪੈਕਟਿਵ ਇੰਟਰੋਡਿਊਸ ਕੀਤੇ ਜਾਣ ਲੱਗੇ। ਲੀਡਿੰਗ ਟੂ ਅ ਕਨਕਲੂਸਿਵ ਔਰ ਆਇਰਨਿਕ ਟਵਿਸਟ ਇਨ ਦਾ ਫਾਈਨਲ ਕਪਲਟ। ਜੋ ਫਾਈਨਲ ਕਪਲਟ ਸੀ ਜੀ ਵਾਲਾ, ਇਹਦੇ ਵਿੱਚ ਜਾਂ ਤਾਂ ਉਹਦਾ ਕਨਕਲੂਸਿਵ ਮੀਨਸ ਉਹਦਾ ਕਨਕਲੂਜ਼ਨ ਕੱਢਣਾ, ਜਾਂ ਕੋਈ ਆਇਰਨਿਕ ਟਵਿਸਟ ਆ ਜਾਣਾ ਅਚਾਨਕ ਹੀ ਪੋਇਮ ਦੇ ਵਿੱਚ। ਤਾਂ ਇੱਦਾਂ ਕੁਝ ਨਵੀਆਂ ਫਾਰਮਸ ਸ਼ੇਕਸਪੀਅਰ ਨੇ ਇੰਟਰੋਡਿਊਸ ਕੀਤੀਆਂ। ਇਹ ਸ਼ੇਕਸਪੀਅਰ ਦਾ ਕੰਟਰੀਬਿਊਸ਼ਨ ਹੈ, ਯੋਗਦਾਨ ਹੈ ਸੋਨਟ ਲਈ। The rhyme scheme and thematic progression of Shakespearean sonnet made it both more accessible and more adaptable to varied themes. ਜੋ ਸ਼ੇਕਸਪੀਅਰ ਦੀ ਨਵੀਂ ਰਾਈਮ ਸਕੀਮ ਸੀ, ਨਵਾਂ ਥੀਮੈਟਿਕ ਪ੍ਰੋਗਰੈਸ਼ਨ ਸੀ, ਉਹਨੇ ਥੀਮ ਵੀ ਨਵੀਂ ਚੂਜ਼ ਕੀਤੀ, ਤਾਂ ਕਰਕੇ ਸੋਨਟ ਦੇ ਵਿੱਚ ਕੁਝ ਨਵਾਂ ਹੋਇਆ ਕਿ ਕੁਝ ਨਵੀਆਂ ਚੀਜ਼ਾਂ ਐਸਟੈਬਲਿਸ਼ ਹੋਈਆਂ। ਨਵੇਂ ਥੀਮ, ਕਈ ਤਰ੍ਹਾਂ ਦੇ ਥੀਮ ਮੀਨਸ ਵੈਰਿਡ ਮੀਨਸ ਜ਼ਿਆਦਾ ਥੀਮ ਵੇਰੀਏਸ਼ਨ ਆਉਣ ਲੱਗੀ ਥੀਮਸ ਦੇ ਵਿੱਚ, ਕਿ ਇਹ ਨਹੀਂ ਹੈ ਕਿ ਪਟਾਰਕ ਵਾਂਗੂ ਇੱਕ ਹੀ ਆਪਣੀ ਬਲਬਡ ਦੇ ਉੱਪਰ ਹੀ ਪੋਇਟਰੀ ਲਿਖੀ ਜਾਣੀ। ਅਸਟੈਬਲਿਸ਼ਿੰਗ ਅ ਡਿਸਟਿੰਕਟ ਸਟਾਈਲ ਦੈਟ ਅਦਰ ਪੋਇਟਸ ਕੁਡ ਫੋਲੋ, ਤਾਂ ਕਰਕੇ ਦੂਜੇ ਕੁਝ ਪੋਇਟ ਸੀ ਉਹਨਾਂ ਨੇ ਵੀ ਫਿਰ ਇਸ ਪੈਟਰਨ ਨੂੰ ਫੋਲੋ ਕੀਤਾ। ਥੀਮੈਟਿਕਲੀ ਸ਼ੇਕਸਪੀਅਰ ਐਕਸਪੈਂਡਡ ਦਾ ਟ੍ਰੈਡੀਸ਼ਨਲ sonnets focus on idealized courtly love by exploring a broader, more realistic spectrum of human emotions and relationships। ਤਾਂ ਸ਼ੇਕਸਪੀਅਰ ਨੇ ਆਪਣੀ ਨਵੀਂ ਪੋਇਟਰੀ ਦੇ ਵਿੱਚ, ਆਪਣੀ ਨਵੀਂ ਸੋਨਟ ਦੇ ਵਿੱਚ ਹੋਰ ਚੀਜ਼ਾਂ ਉੱਪਰ ਫੋਕਸ ਕੀਤਾ। ਫੋਕਸਿਸ ਔਨ ਆਈਡੀਅਲਾਈਜ਼ਡ ਕੋਰਟਲੀ ਲਵ ਬਾਈ ਐਕਸਪਲੋਰਿੰਗ ਅ ਬਰੋਡਰ, ਥੋੜ੍ਹਾ ਜਿਹਾ ਉਹਨੇ ਆਪਣਾ ਵੇ ਸੀ ਜੋ ਲਵ ਨੂੰ, ਆਈਡੀਅਲਾਈਜ਼ ਸਿਸਟਮ ਨੂੰ ਐਕਸਪਲੋਰ ਕਰਨ ਲਈ ਥੋੜ੍ਹਾ ਜਿਹਾ ਬਰੋਡਰ ਵੇ ਯੂਜ਼ ਕਰਨਾ ਸ਼ੁਰੂ ਕਰ ਦਿੱਤਾ। ਮੋਰ ਰੀਅਲਿਸਟਿਕ ਸਪੈਕਟਰਮ ਆਫ ਹਿਊਮਨ ਇਮੋਸ਼ਨਸ ਐਂਡ ਰਿਲੇਸ਼ਨਸ਼ਿਪਸ, ਕਿ ਹਿਊਮਨ ਰਿਲੇਸ਼ਨਸ਼ਿਪ ਦੇ ਵਿੱਚ ਜੋ ਵੀ ਚੱਲਦਾ ਹੈ ਰਿਐਲਿਟੀ ਦੇ ਵਿੱਚ, ਉਹਨੂੰ ਵੀ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਕਿ ਐਕਚੁਅਲ ਰਿਐਲਿਟੀ ਹਿਊਮਨ ਰਿਲੇਸ਼ਨਸ ਦੀ ਕੀ ਹੈ। ਇੰਸਟੈਡ ਆਫ ਪ੍ਰੈਜ਼ੈਂਟਿੰਗ ਅ ਪਰਫੈਕਟ ਅਨਅਟੇਨੇਬਲ ਬਿਲਵਡ, ਇੰਸਟੈਡ ਆਫ ਪ੍ਰੈਜ਼ੈਂਟਿੰਗ ਅ ਪਰਫੈਕਟ, ਇਹ ਨਹੀਂ ਕਿ ਉਹਨੇ ਆਪਣੀ ਬਿਲਵਡ ਨੂੰ ਜਸਟ ਪਰਫੈਕਸ਼ਨ ਵਾਲੇ ਪੁਆਇੰਟ ਆਫ ਵਿਊ ਤੋਂ ਹੀ ਦੇਖਿਆ, ਕਿ ਉਹਨੇ ਪਰਫੈਕਟ ਬਿਲਵਡ ਹੀ ਪੇਸ਼ ਕੀਤੀ ਹੈ। ਅਨਅਟੇਨੇਬਲ ਬਿਲਵਡ, ਸ਼ੇਕਸਪੀਅਰਜ਼ ਸੋਨਟ ਡਿਪਿਕਟ ਕੰਪਲੈਕਸ ਫਿਗਰਸ, ਉਹਨੇ ਕਈ ਕੰਪਲੈਕਸ ਫਿਗਰਸ ਪੇਸ਼ ਕੀਤੀਆਂ। ਦ ਫੇਅਰ ਯੂਥ ਐਂਡ ਦ ਡਾਰਕ ਲੇਡੀ, ਉਹਨੇ ਅਲੱਗ ਤਰ੍ਹਾਂ ਦੇ ਕੰਸੈਪਟ ਪੇਸ਼ ਕੀਤੇ ਹੈ। ਦ ਪੋਇਟਸ ਰਿਲੇਸ਼ਨਸ਼ਿਪਸ ਵਿਦ ਦੀਜ਼ ਕਰੈਕਟਰਸ ਐਕਸਪਲੋਰ ਥੀਮਸ ਸੱਚ ਐਜ਼ ਡਿਜ਼ਾਇਰ, ਜੈਲਸੀ, ਇਨਫਿਡਿਟੀ, ਟਾਈਮ, ਬਿਊਟੀ ਐਂਡ ਬਿਟਰ ਸਵੀਟ ਨੇਚਰ ਆਫ ਲਵ, ਕਿ ਪਿਆਰ ਦੇ ਵਿੱਚ, ਲਵ ਦੇ ਵਿੱਚ ਸਾਰਾ ਕੁਝ ਹੁੰਦਾ। ਡਿਫਿਡਿਟੀ ਹੈ, ਟਾਈਮ ਹੈ, ਕਿ ਸਮੇਂ ਦੇ ਨਾਲ ਕੁਝ ਚੇਂਜਸ ਆਉਂਦੀਆਂ ਨੇ ਰਿਲੇਸ਼ਨਸ਼ਿਪ ਦੇ ਵਿੱਚ, ਇੱਛਾ ਵੀ ਹੈ ਕਿਤੇ, ਨਾਲ ਜੈਲਸੀ ਵੀ ਹੈ, ਬਿਊਟੀ ਵੀ ਹੈ, ਸਾਰਾ ਕੁਝ ਉਹਨੇ ਪੇਸ਼ ਕੀਤਾ। ਸੋਨਟ 130 for example famously mocks the exaggerated flowery language of traditional love sonnets by realistically describing his mistress's appearance। ਭਾਵੇਂ 130 ਦੇ ਵਿੱਚ ਸ਼ੇਕਸਪੀਅਰ ਨੇ ਆਪਣੀ ਜੋ ਬਿਲਵਡ ਦੀ ਜੋ ਪੁਰਾਣਾ ਵੇ ਚੱਲ ਰਿਹਾ ਹੈ ਐਗਜ਼ਾਜਰੇਟ ਕਰਨ ਦਾ, ਮੀਨਸ ਵਧਾ ਚੜ੍ਹਾ ਕੇ ਪੇਸ਼ ਕਰਨ ਦਾ। ਐਗਜ਼ਾਜਰੇਸ਼ਨ ਮੀਨਸ ਅਸੀਂ ਹਾਈਪਰਬੋਲ ਅੰਡਰਸਟੇਟਮੈਂਟ ਟਰਮ ਕੀਤੀ ਹੈ, ਵਧਾ ਚੜ੍ਹਾ ਕੇ ਪੇਸ਼ ਕਰਨਾ। ਉਹ ਚੀਜ਼ ਸ਼ੇਕਸਪੀਅਰ ਨੇ ਵੀ ਥੋੜ੍ਹੀ ਬਹੁਤੀ ਫੋਲੋ ਕੀਤੀ ਹੈ। ਡਿਸਕ੍ਰਾਈਬਿੰਗ ਹਿਜ਼ ਮਿਸਟਰੈਸ ਅਪੀਅਰੈਂਸ, ਉਹਨੇ ਆਪਣੀ ਮਿਸਟਰੈਸ ਦੀ ਜੋ ਅਪੀਅਰੈਂਸ ਸੀ, ਜਿਵੇਂ ਉਹ ਕਹਿ ਰਹੇ ਨੇ ਮਾਈ ਮਿਸਟਰੈਸਜ਼ ਆਈਜ਼ ਆਰ ਨਥਿੰਗ ਲਾਈਕ ਦਾ ਸਨ, ਕੁਛ ਇੱਦਾਂ ਜੀ ਟੈਕਸਟ ਲਾਈਨਾਂ ਨੇ, ਉਹਨੇ ਉਹਦੀ ਆਊਟਰ ਅਪੀਅਰੈਂਸ ਨੂੰ ਵੀ ਪੇਸ਼ ਕੀਤਾ। ਸੈਲੀਬ੍ਰੇਟਿੰਗ ਲਵ ਦੈਟ ਡਜ਼ ਨਾਟ ਡਿਪੈਂਡ ਔਨ ਆਈਡੀਅਲਾਈਜੇਸ਼ਨ, ਅਤੇ ਇਹ ਵੀ ਸੈਲੀਬ੍ਰੇਟ ਕੀਤਾ ਕਿ ਜਿਹੜਾ ਲਵ ਹੈ ਆਈਡੀਅਲਾਈਜੇਸ਼ਨ 'ਤੇ ਡਿਪੈਂਡ ਨਹੀਂ ਕਰਦਾ। Shakespeare also introduced the idea of poetry as a means of immortalizing beauty and emotion, most notably in sonnets like Sonnet 18, Shall I compare thee to a summer's day। Shakespeare ਨੇ introduce ਕੀਤਾ idea of poetry as a means of immortalization, ਕਿ ਸ਼ੇਕਸਪੀਅਰ ਨੇ ਆਪਣੀ ਬਿਲਵਡ ਨੂੰ ਇਮੋਰਟਲ ਕਰਨ ਦਾ, ਅਮਰ ਕਰਨ ਦਾ, ਜਾਂ ਕਹਿ ਲਓ ਬਿਊਟੀ ਨੂੰ ਅਮਰ ਕਰਨ ਦਾ ਇੱਕ ਨਵਾਂ ਵੇ ਚੂਜ਼ ਕੀਤਾ। ਤਾਂ ਸ਼ੇਕਸਪੀਅਰ ਆਪਣੀ ਪੋਇਟਰੀ ਦੇ ਵਿੱਚ, ਆਪਣੀ ਸੋਨਟ ਦੇ ਵਿੱਚ ਕਹਿ ਰਹੇ ਨੇ ਕਿ ਜੋ ਫਿਜ਼ੀਕਲ ਅਪੀਅਰੈਂਸ ਹੈ, ਫਿਜ਼ੀਕਲ ਬਿਊਟੀ ਹੈ, ਇਹਨੇ ਇੱਕ ਦਿਨ ਚੇਂਜ ਹੋ ਜਾਣਾ, ਇਹਨੇ ਇੱਕ ਦਿਨ ਖਤਮ ਹੋ ਜਾਣਾ, ਪਰ ਮੈਂ ਬਿਊਟੀ ਨੂੰ ਸਾਂਭ ਕੇ ਰੱਖਾਂਗਾ ਆਪਣੀ ਪੋਇਟਰੀ ਦੇ ਥਰੂ, ਕਿ
ਜੋ ਮੈਂ ਵਰਸ ਚੂਜ਼ ਕੀਤੀ ਹੈ, ਜੋ ਮੈਂ ਟੈਕਸਟ ਚੂਜ਼ ਕੀਤਾ ਹੈ, ਜਿੰਨਾ ਟਾਈਮ ਜਨਰੇਸ਼ਨ ਆਉਣ ਵਾਲੀ ਨਵੀਂ ਜਨਰੇਸ਼ਨ ਨੂੰ ਪੜ੍ਹਦੀਆਂ ਰਹਿਣਗੀਆਂ ਤਾਂ ਮੇਰੀ ਬਿਲਵਡ ਦੀ ਬਿਊਟੀ ਹੈ ਜਾਂ ਕੋਈ ਵੀ ਬਿਊਟੀ ਹੈ ਉਹ ਹਮੇਸ਼ਾ ਜਾਗਦੀ ਰਹੇਗੀ, ਜਿਉਂਦੀ ਰਹੇਗੀ। ਹਿਸ ਸੋਨੇਟਸ ਐਕਸਪ੍ਰੈਸ ਦਾ ਨੋਸ਼ਨ ਆਫ ਦੈਟ ਪੋਇਟਰੀ ਕੈਨ ਆਊਟਲਾਸਟ even time's decay, creating a kind of permanence against change। ਤਾਂ ਸ਼ੇਕਸਪੀਅਰ ਇੱਥੇ ਕਹਿ ਰਹੇ ਨੇ ਕਿ ਭਾਵੇਂ ਸਮੇਂ ਦੇ ਨਾਲ ਨਾਲ ਚੇਂਜਸ ਆਉਂਦੀਆਂ ਜਾਣਗੀਆਂ, ਭਾਵੇਂ ਸਮਾਂ ਚੇਂਜ ਹੋਏਗਾ, ਕਈ ਚੀਜ਼ਾਂ ਦਾ ਪਤਨ ਹੋਏਗਾ, ਪਰ ਜਿਹੜੀ ਪੋਇਟਰੀ ਦੇ ਰਾਹੀਂ ਐਕਸਪ੍ਰੈਸ ਦਾ ਨੋਸ਼ਨ ਦੈਟ ਪੋਇਟਰੀ ਕੈਨ ਆਊਟਲਾਸਟ, ਪਰ ਜੋ ਪੋਇਟਰੀ ਹੋਏਗੀ ਆਊਟਲਾਸਟ ਹੋਏਗੀ, ਹਮੇਸ਼ਾ ਜਾਗਦੀ ਰਹੇਗੀ। ਅਤੇ ਜਿੰਨਾ ਟਾਈਮ ਪੋਇਟਰੀ ਰਹੇਗੀ ਉਹਨਾਂ ਟਾਈਮ ਉਹ ਕਹਿ ਰਹੇ ਨੇ ਕਿ ਪਰਮਾਨੈਂਟਸ ਦਾ ਚੈਪਟਰ ਇੱਥੇ ਡਿਸਕਸ ਕਰ ਰਹੇ ਨੇ ਕਿ ਜੋ ਬਿਊਟੀ ਹੈ ਉਹ ਪਰਮਾਨੈਂਟ ਰਹੇਗੀ। ਬਿਊਟੀ ਵੈਸੇ ਖਤਮ ਹੋ ਜਾਏਗੀ, ਫਿਜ਼ੀਕਲ ਬਿਊਟੀ ਖਤਮ ਹੋ ਜਾਏਗੀ, ਪਰ ਜੋ ਪੋਇਟਰੀ ਵਿੱਚ ਬਿਊਟੀ ਉਹਨਾਂ ਨੇ ਚੂਜ਼ ਕੀਤੀ ਹੈ ਉਹ ਹਮੇਸ਼ਾ ਜਾਗਦੀ ਰਹੇਗੀ। ਇਨ ਸੈਂਸ ਸ਼ੇਕਸਪੀਅਰ ਡਿਫਾਈਨਡ ਦਾ ਸੋਨੇਟ ਬਾਈ innovating its structure and deepening its emotional scope। In a sense ਸ਼ੇਕਸਪੀਅਰ ਰੀਡਿਫਾਈਨਡ ਤੋਂ ਦੁਬਾਰੇ ਫਿਰ ਡਿਫਾਈਨ ਕਰਦੇ ਆ ਦਾ ਸੋਨੇਟ ਬਾਈ ਇਨੋਵੇਟਿੰਗ ਇਟਸ ਸਟਰਕਚਰ, ਨਵਾਂ ਸਟਰਕਚਰ ਇਨੋਵੇਟ ਕਰਕੇ, ਐਂਡ ਡੀਪਨਿੰਗ ਇਟਸ ਇਮੋਸ਼ਨਲ ਸਕੋਪ, ਜੋ ਉਹਦੇ ਵਿੱਚ ਇਮੋਸ਼ਨਲ ਸਕੋਪ ਹੈ ਉਹਨੂੰ ਥੋੜ੍ਹਾ ਜਿਹਾ ਹੋਰ ਡੂੰਘਾ ਕਰ ਦਿੰਦੇ ਆ, ਮੇਕਿੰਗ ਇਟ ਅ ਫਾਰਮ ਦੈਟ could explore the complexities of human experience in a fresh relatable way। ਕਿ ਜੋ ਹਿਊਮਨ ਨੇਚਰ ਦੀਆਂ ਕੰਪਲੈਕਸਿਟੀਜ਼ ਨੇ, ਕਿ ਹਿਊਮਨ ਨੇਚਰ ਕੰਪਲੈਕਸ ਹੈ, ਚੇਂਜਸ ਆਉਂਦੀਆਂ ਰਹਿੰਦੀਆਂ ਨੇ, ਰਿਲੇਸ਼ਨਸ਼ਿਪ ਦੇ ਵਿੱਚ ਕਾਫੀ ਕੁਝ ਆਉਂਦਾ ਰਹਿੰਦਾ ਹੈ, ਜੈਲਸੀ ਹੈ, ਲਵ ਹੈ, ਸਾਰਾ ਕੁਛ ਹੈ, ਤਾਂ ਕੰਪਲੈਕਸਿਟੀਜ਼ ਪੇਸ਼ ਕੀਤੀਆਂ ਨੇ। ਹਿਜ਼ ਇਨਫਲੂਐਂਸ endures and the Shakespearean sonnet remains a prominent poetic form of this day। ਤਾਂ ਸ਼ੇਕਸਪੀਅਰ ਦਾ ਜੋ ਇਨਫਲੂਐਂਸ ਹੈ ਪੋਇਟਰੀ ਦੇ ਵਿੱਚ, ਸੋਨਟ ਦੇ ਵਿੱਚ, ਇਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ, ਤਾਂ ਕਰਕੇ ਉਹਦੀ ਜੋ ਪੋਇਟਰੀ ਹੈ ਅੱਜ ਦੇ ਸਮੇਂ ਦੇ ਵਿੱਚ ਪ੍ਰੋਮੀਨੈਂਟ ਹੋ ਚੁੱਕੀ ਹੈ, ਇੱਕ ਵੈਟਰ ਪੋਇਟਰੀ ਦੇ ਤੌਰ 'ਤੇ ਇਸਟੈਬਲਿਸ਼ ਹੋ ਚੁੱਕੀ ਹੈ। ਥੈਂਕ ਯੂ।